वाहिगुरु साहिब जी। आसा महला पंजवा। आधम चंडाली भई ब्रह्मणी, सूदी ते सृष्टाई रे। पाताली आकाशी सखणी, लहबर बूझी काई रे। कर की बिलाई और सखाई, मूसा दे डराई रे। अज कै वस गुर कीनो के हर, कुकर तिनह लगाई रे। रहा बाज थुनिया छपरा थामिया, नी करया कर पाया रे। बिन जड़िए लै जड़ियो जड़ावा, थेवा चरज लाया रे। दादी दाद न पहुँचनारा, चुपी निर्नो पाया रे। माल दलीचे बैठी ले मृतक, नैन दे कलन धोया रे। सोई अजान कहे मैं जाना, जानन हार न जाना रे। सोई अजान कहे मैं जाना, जानन हार न शाना रे। कहो नानक गुर अम्यो पियाया, रसक रसक बिगसना रे। रसक रसक बिगसना रे। हाँ आया दूरों चल गए, मैं तकी तो सर नए जियो। मैं असर की चित में, मेरा सब दुख गवाए जियो। मैं आसार की चित में, मेरा सब दुख गवाए जियो। ज़ारा ज़हूर हाजरा हजूर, सर्व कला भरपूर समर्थ गुरु। लोक परलोक दे रखियक, भगत वशल ज्ञान दे सागर। गुरुआं दे गुरु सतगुर गुरु ग्रंथ साहिब जी महाराज, गुरु साहब जी की पावन पवित्र गोद हजूरी दे विच गुरु शब्द दे नाल जुड़ बैठी जुड़ रही साध संगत। आप जी सौ धनता दे योग वडभागे हो, जिन्होंने गुरु साहब ने मेहर कृपा करके अमृत वेला सचना वड्याई विचार, करमी आवे कपड़ा नदरी मुख द्वार। ये जिंदगी का अमृत वेला जिस वेले गुरु का नाम लईदा, वो वेला महाराज जी ने सफल करने का समा बख्शिया। धन सो वेला जित दर्शन करना, हाँ बलहारी सतगुर चरण। वो वेला कोई भी होवे, जदों रब की याद होवे, वो वेला सफल ही सफल है।
जे रब की याद ना होवे भावें इंसान कोई जिथे मर्जी बैठा होवे, ਉਹਦਾ ਵੇਲਾ ਜਿਹੜਾ ਸੰਸਾਰ ਦੇ ਕੰਮਾਂ ਵਿੱਚ ਬਿਰਥਾ ਜਾਏਗਾ। ਇਹ ਤੇਰਾ ਅਵਸਰ, ਇਹ ਤੇਰੀ ਵਾਰ, ਘਟ ਭੀਤਰ ਤੂੰ ਦੇਖ ਵਿਚਾਰ, ਇਹ ਤੇਰਾ ਵੇਲਾ ਹੈ। ਸੋ ਵੇਲੇ ਨੂੰ ਹਮੇਸ਼ਾ ਸਾਂਭਣਾ ਪੈਂਦਾ ਜਾਂ ਸਾਂਭਿਆ ਜਾਂਦਾ। ਜਵਾਨੀ ਦਾ ਵੇਲਾ, ਬੁਢਾਪੇ ਦਾ ਵੇਲਾ, ਬਚਪਨ ਦਾ ਵੇਲਾ, ਇਹ ਸਾਰਾ ਜੋ ਹੈ ਸੰਭਾਲਣਾ ਪੈਂਦਾ। ਜੇ ਕੋਈ ਵੇਲੇ ਨੂੰ ਨਾ ਸੰਭਾਲੇ ਫਿਰ ਉਸ ਨੂੰ ਅਕਸਰ ਪਰੇਸ਼ਾਨੀ ਹੋਇਆ ਕਰਦੀ ਹੈ। ਇਸ ਲਈ ਚਾਹੇ ਕੋਈ ਬਾਲਪਨ ਵਿੱਚ ਹੈ, ਚਾਹੇ ਕੋਈ ਜੋਬਨ ਵਿੱਚ ਹੈ, ਚਾਹੇ ਕੋਈ ਬੁਢੇਪੇ ਵਿੱਚ ਹੈ, ਉਸ ਨੂੰ ਵੇਲਾ ਸੰਭਾਲਣਾ ਚਾਹੀਦਾ। ਕਹਿਣ ਦਾ ਮਤਲਬ ਹੈ ਵੇਲੇ ਨੂੰ ਸਫਲ ਕਰਨਾ ਚਾਹੀਦਾ। ਵੇਲੇ ਨੂੰ ਸੰਭਾਲਣ ਦਾ ਮਤਲਬ ਵੀ ਵੇਲੇ ਨੂੰ ਸਫਲ ਕਰਨਾ, ਸਮੇਂ ਨੂੰ ਸਫਲ ਕਰਨਾ। ਸਮਾਂ ਹਮੇਸ਼ਾ ਸਫਲ ਹੁੰਦਾ ਹੈ ਕਮਾਈ ਕਰਕੇ, ਕੁਝ ਖੱਟ ਕੇ, ਕੁਝ ਪ੍ਰਾਪਤ ਕਰਕੇ। ਜੇ ਕੁਝ ਪ੍ਰਾਪਤ ਨਾ ਹੋਵੇ ਤਾਂ ਬੰਦਾ ਕਹਿੰਦਾ ਵੀ ਮੇਰਾ ਸਮਾਂ ਐਵੇਂ ਹੀ ਖਰਾਬ ਹੋ ਗਿਆ, ਐਵੇਂ ਹੀ ਲੱਗ ਗਿਆ। ਇਸ ਤਰ੍ਹਾਂ ਹੀ ਇਨਸਾਨ ਸੋਚਦਾ। ਜੋ ਬੇਨਤੀ ਕੀਤੀ ਹੈ ਵੇਲਾ ਸਫਲ ਮੂਰਤ, ਸਫਲਾ ਘੜੀ ਜਿਤ ਸੱਚੇ ਨਾਲ ਪਿਆਰ, ਦੁੱਖ ਸੰਤਾਪ ਨ ਲੱਗਈ ਜਿਸ ਹਰ ਕਾ ਨਾਮ ਆਧਾਰ, ਬਾਹਾਂ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਰ ਵੇਲਾ। ਗੁਰੂ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ ਵੀ ਸਾਰਿਆਂ ਨੂੰ ਭਾਈ ਵੇਲਾ ਹੈ, ਸਾਰਿਆਂ ਨੂੰ ਭਾਈ ਮੌਕਾ ਹੈ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ। ਸਾਰਿਆਂ ਦਾ ਹੀ ਵੇਲਾ ਹੈ, ਸਾਧੂਆਂ ਦੀ, ਸੰਤਾਂ ਦੀ ਸੇਵਾ ਕਰਨ ਦਾ, ਗੁਰੂ ਦੀ ਸੇਵਾ ਕਰਨ ਦਾ, ਸੰਗਤ ਦੀ ਸੇਵਾ ਕਰਨ ਦਾ। ਆਪ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੇਲਾ ਹੈ। ਇਸ ਕਰਕੇ ਇਹਾਂ ਖੜ ਚਲੋ ਹਰ ਲਾਹਾ ਆਗੇ ਵਸਨ ਸੁਹੇਲਾ, ਮਤਲਬ ਵੇਲਾ। ਸੋ ਗੁਰੂ ਸਾਹਿਬ ਜੀ ਮਿਹਰ ਕਰਨ, ਜੇ ਸਾਨੂੰ ਵੇਲੇ ਦੀ ਬਖਸ਼ਿਸ਼ ਹੋਈ ਹੈ, ਸਾਨੂੰ ਵੇਲਾ ਮਿਲ ਗਿਆ ਤੇ ਅਸੀਂ ਉਸ ਵੇਲੇ ਨੂੰ ਲੇਖੇ ਵਿੱਚ ਲਾ ਦੇਣਾ, ਅਸੀਂ ਉਸ ਵੇਲੇ ਨੂੰ ਲੇਖੇ ਵਿੱਚ ਲਾ ਦੇਣਾ। ਧਿਆਨ ਦੇਣਾ, ਜਿਵੇਂ ਕਿਸੇ ਦੇ ਜੇਬ ਦੇ ਵਿੱਚ ਕੁਝ ਪੈਸੇ ਹੋਣ, ਜੇਕਰ ਉਸ ਨੂੰ ਖਾ ਪੀ ਕੇ ਖਤਮ ਕਰ ਦਿੱਤਾ ਜਾਵੇ ਤਾਂ ਜੇਬ ਖਾਲੀ ਹੋ ਜਾਂਦੀ ਹੈ। ਜੇ ਉਹਨਾਂ ਹੀ ਪੈਸਿਆਂ ਦੀ ਕੋਈ ਐਸੀ ਚੀਜ਼ ਖਰੀਦ ਲਈ ਜਾਵੇ ਜਿਹਦੇ ਨਾਲ ਅਸੀਂ ਕਮਾਈ ਵੀ ਕਰ ਸਕਦੇ ਹਾਂ, ਆਪਣੇ ਘਰ ਦਾ ਗੁਜ਼ਾਰਾ ਵੀ ਕਰ ਸਕਦੇ ਹਾਂ, ਇਹਦਾ ਮਤਲਬ ਹੈ ਜਿਸ ਨੇ ਇਸ ਤਰ੍ਹਾਂ ਸੋਚਿਆ ਉਹ ਅਸਲ ਦੇ ਵਿੱਚ ਸੰਸਾਰ ਤੋਂ ਨਾਮ ਦੀ ਕਮਾਈ ਕਰਕੇ ਲੈ ਕੇ ਜਾਵੇਗਾ। ਸੋ ਵਿਚਾਰ ਚੱਲ ਰਹੀ ਹੈ ਸਮਾਂ ਵੇਲਾ, ਸਾਨੂੰ ਮਾਲਕ ਨੇ ਬਖਸ਼ਿਆ, ਅਸੀਂ ਉਸ ਨੂੰ ਸਫਲ ਕਰਨਾ। ਸੋ ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ, ਕਿਸੇ ਦੀ ਜੇਬ ਵਿੱਚ ਪੈਸੇ ਨੇ ਉਹ ਸਾਰੇ ਖਰਚ ਲੈਂਦਾ। ਇੱਕ ਬੰਦਾ ਜਿਹੜਾ ਉਹ ਸਾਰੇ ਨਹੀਂ ਖਰਚਦਾ, ਉਹ ਥੋੜ੍ਹੇ ਪੈਸਿਆਂ ਦੀ ਜਾਂ ਅੱਧੇ ਪੈਸਿਆਂ ਦੀ ਕੋਈ ਇੱਦਾਂ ਦੀ ਚੀਜ਼ ਲੈ ਲੈਂਦਾ ਜਿਹੜੀ ਬਹੁਤ ਕੰਮ ਆਉਂਦੀ ਹੈ ਅਤੇ ਬਾਕੀ ਉਹ ਥੋੜ੍ਹੇ ਪੈਸੇ ਬਚਾ ਵੀ ਲੈਂਦਾ। ਜਿਸ ਨੇ ਕੋਈ ਚੰਗੀ ਚੀਜ਼ ਖਰੀਦੀ ਹੋਏਗੀ ਜਾਂ ਕੁਝ ਧਨ ਧਰਿਆ ਹੋਏਗਾ, ਬਚਾਇਆ ਹੋਏਗਾ, ਰੱਖਿਆ ਹੋਏਗਾ, ਉਹਦੀ ਜ਼ਿੰਦਗੀ ਦੇ ਵਿੱਚ ਮਹਾਰਾਜ ਜੀ ਕਹਿੰਦੇ ਇਹ ਸਮਾਂ ਜਿਹੜਾ ਇਹ ਜ਼ਰੂਰ ਫਾਇਦਾ ਦੇਵੇਗਾ। ਸੋ ਗੁਰੂ ਸਾਹਿਬ ਜੀ ਮਿਹਰ ਕਰਨ, ਇਹੀ ਤੇਰਾ ਅਵਸਰ, ਇਹੀ ਤੇਰੀ ਵਾਰ, ਘਟ ਭੀਤਰ ਤੂੰ ਦੇਖ ਵਿਚਾਰ। ਸੋ ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ ਵੀ ਤੂੰ ਵਿਚਾਰ ਕੇ ਦੇਖ, ਉਸ ਨੂੰ ਮੰਨ ਕੇ ਦੇਖ,
ਉਸ ਨੂੰ ਸੁਣ ਕੇ ਵੇਖ, ਉਸ ਨੂੰ ਦੇਖ ਕੇ ਵੇਖ, ਤੈਨੂੰ ਪਤਾ ਲੱਗ ਜਾਏਗਾ ਵੀ ਉਹ ਕੀ ਹੈ। ਸੋ ਗੁਰੂ ਸਾਹਿਬ ਮਿਹਰ ਕਰਨ। ਆਓ ਸਾਨੂੰ ਅੱਜ ਦੇ ਲੜੀਵਾਰ ਸ਼ਬਦ ਦੇ ਵਿੱਚ ਜੋ ਗਿਆਨ ਮਹਾਰਾਜ ਜੀ ਦੇ ਰਹੇ ਨੇ ਜਾਂ ਸਾਨੂੰ ਗਿਆਨ ਮਿਲਣਾ ਉਹਦੇ 'ਤੇ ਅਸੀਂ ਫੋਕਸ ਕਰੀਏ, ਧਿਆਨ ਧਰੀਏ। ਕੀ ਹੈ ਮਹਾਰਾਜ ਜੀ ਦਾ ਹੁਕਮ। ਸੋ ਪੰਕਤੀਆਂ ਅਸੀਂ ਸਰਵਣ ਕੀਤੀਆਂ। ਆਸਾ ਮਹੱਲਾ ਪੰਜਵਾਂ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 381 ਔਰ 382 ਤੇ ਪੰਜਵੇਂ ਪਾਤਸ਼ਾਹ ਦਾ ਸ਼ਬਦ ਜਿਹੜਾ ਅੰਕਿਤ ਹੈ। ਗੁਰੂ ਮਹਾਰਾਜ ਜੀ ਪਹਿਲੀ ਪੰਕਤੀ ਵਿੱਚ ਫਰਮਾਨ ਕਰਦੇ ਨੇ, ਅਦਮ ਚੰਡਾਲੀ ਭਈ ਬ੍ਰਹਮਣੀ ਸੋਧੀ ਤੇ ਸ੍ਰਿਸ਼ਟਾਈ ਰੇ। ਮਹਾਰਾਜ ਜੀ ਕਹਿੰਦੇ ਅੰਮ੍ਰਿਤ ਦੀ ਬਰਕਤ ਨਾਲ, ਨਾਮ ਦੀ ਬਰਕਤ ਦੇ ਨਾਲ ਜਿਹੜੀ ਅਤ ਨੀਚ ਕੋਈ ਚੰਡਾਲ ਬਿਰਤੀ ਵਾਲੀ ਆਤਮਾ ਸੀ, ਉਹ ਜਿਹੜੀ ਐਸੀ ਆਤਮਾ ਸੀ ਚੰਡਾਲ ਦੀ ਤਰ੍ਹਾਂ, ਜੈਸੇ ਅਸੀਂ ਕਹਿ ਸਕਦੇ ਹਾਂ ਵੀ ਨਾਮ ਦੀ ਬਰਕਤ ਦੇ ਨਾਲ ਜਿਹੜੀ ਮਾੜੀ ਬਿਰਤੀ ਰੂਪੀ ਜਿਹੜੀ ਚੰਡਾਲਣ ਹੈ ਉਹ ਗਿਆਨਣ ਬਣ ਗਈ, ਗਿਆਨੀ ਬਣ ਗਈ, ਬ੍ਰਾਹਮਣ ਬਣ ਗਈ। ਸੂਦੀ ਤੇ ਸ੍ਰਿਸ਼ਟਾਈ ਰੇ, ਉਹ ਸ਼ੂਦਰ ਤੋਂ ਉੱਚੀ ਕੁੱਲ ਵਾਲੀ ਬਣ ਗਈ। ਜਦ ਇਨਸਾਨ ਬਾਣੀ ਦੇ ਨਾਲ ਜੁੜ ਜਾਂਦਾ, ਬਾਣੀ ਨਾਲ ਜੁੜ ਜਾਂਦਾ, ਫਿਰ ਉਹ ਬਹੁਤ ਜ਼ਿਆਦਾ ਕੀਮਤੀ ਅਤੇ ਵੱਡਾ ਹੋ ਜਾਂਦਾ ਹੈ। ਉਹ ਦੁਨੀਆ ਵਿੱਚ ਬਹੁਤ ਵੱਡਾ ਰੁਤਬਾ ਰੱਖਦਾ। ਬਾਣੀ ਵਿੱਚ ਲਿਖਿਆ, ਪ੍ਰਭ ਕੋ ਸਿਮਰੇ ਸੇ ਬੇਮੋਹਤਾਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ। ਉਹ ਰਾਜਿਆਂ ਵਰਗਾ ਉਸ ਦਾ ਸੁਭਾਅ ਜਾਂ ਨੇਚਰ ਕਹਿ ਸਕਦੇ ਹਾਂ ਹੋ ਜਾਂਦੀ ਹੈ। ਪਰ ਕਦੋਂ? ਜਦੋਂ ਕੋਈ ਉਸ ਦੇ ਵੱਲ ਹੋਇਆ, ਉਸ ਨੂੰ ਆਪਣਾ ਬਣਾਇਆ, ਉਸ ਨੂੰ ਪ੍ਰੇਮ ਕੀਤਾ, ਅਤੇ ਇਹ ਫਿਰ ਸਾਰੀਆਂ ਚੀਜ਼ਾਂ ਨੇ, ਬਰਕਤਾਂ ਨੇ, ਇਹ ਫਿਰ ਗੁਰੂ ਦੇ ਕੋਲ ਸਾਨੂੰ ਸਹਿਜੇ ਹੀ ਮਿਲਦੀਆਂ ਹਨ। ਸੋ ਗੁਰੂ ਸਾਹਿਬ ਜੀ ਕਹਿੰਦੇ ਨੇ ਵੀ ਐਸੇ ਚੰਡਾਲ ਤੋਂ, ਮਤਲਬ ਜਿਹੜਾ ਬਿਰਤੀ ਰੂਪੀ ਚੰਡਾਲ ਕਿਹਾ, ਕਿਸੇ ਇਨਸਾਨ ਨੂੰ ਨਹੀਂ ਕਿਹਾ, ਉਸ ਚੰਡਾਲ ਨੂੰ ਅੰਮ੍ਰਿਤਮਈ ਬਾਣੀ ਦੇ ਨਾਲ, ਬਰਕਤ ਦੇ ਨਾਲ ਮਹਾਰਾਜ ਜੀ ਕਹਿੰਦੇ ਤੂੰ ਉੱਚੀ ਕੁੱਲ ਵਾਲਾ ਵੀ ਬਣ ਜਾਵੇਂਗਾ ਜਾਂ ਬਣ ਜਾਵੇਂ। ਬਾਣੀ ਵਿੱਚ ਲਿਖਿਆ ਹੋਇਆ ਵੀ ਉਹ ਜਿਹੜੇ ਨੇ ਜਿਨ੍ਹਾਂ ਨੂੰ ਲੋਕ ਬਹੁਤ ਜ਼ਿਆਦਾ ਨਿੰਦਦੇ ਹੁੰਦੇ ਸਨ, ਗੁਰਬਾਣੀ ਦੇ ਵਿੱਚ ਸਾਰੇ ਹੀ ਜਿਹੜੇ ਭਗਤ ਆਏ ਸਨ ਉਹਨਾਂ ਨੂੰ ਬਹੁਤ ਲੋਕ ਜਿਹੜੇ ਨੇ ਫਿਟਕਾਰਦੇ ਅਤੇ ਨਿੰਦਦੇ ਸਨ। ਪਰ ਉਹਨਾਂ ਦੀ ਜਦੋਂ ਬਿਰਤੀ ਦੇ ਵਿੱਚ ਅੰਮ੍ਰਿਤ ਰਸ ਆਇਆ, ਅਤੇ ਬਾਣੀ ਦੀ ਪੰਕਤੀ ਅਸੀਂ ਬੜੀ ਵਾਰ ਸੁਣੀ ਹੈ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਆੜ ਦਮ ਕੋ ਛਿਪਰੋ ਹੋਇਓ ਲਾਖੀਨਾ। ਮਤਲਬ ਉਹ ਬਹੁਤ ਹੀ ਭਾਗਾਂ ਵਾਲਾ, ਕਰਮਾਂ ਵਾਲਾ ਔਰ ਜ਼ਿੰਦਗੀ ਦੇ ਮਾਇਨੇ ਸਮਝਣ ਵਾਲਾ ਬਣ ਗਿਆ। ਸੋ ਇਸ ਕਰਕੇ ਚੰਡਾਲ ਉਹ ਹੈ ਜਿਹੜਾ ਗੁਰੂ ਦੇ ਨਾਮ ਤੋਂ ਸਖਣਾ, ਮੂਰਖ ਉਹ ਹੈ ਜਿਹੜਾ ਗੁਰੂ ਦੇ ਨਾਮ ਨੂੰ ਸੁਣਦਾ ਪੜ੍ਹਦਾ ਨਹੀਂ। ਸੋ ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ, ਪਾਤਾਲੀ ਆਕਾਸੀ ਸਖਣੀ ਲੈਬਰ ਬੂਝੀ ਖਾਈ ਰੇ। ਜਿਹੜੀ ਪਹਿਲਾਂ ਬਿਰਤੀ ਜਿਹੜੀ ਹੈ ਹਮੇਸ਼ਾ ਧਰਤੀ ਉੱਤੇ ਲੱਗ ਕੇ ਆਕਾਸ਼ ਤੱਕ ਜਾਂਦੀ ਸੀ, ਭੁੱਖੀ ਰਹਿੰਦੀ ਸੀ, ਅਤੇ ਉਸ ਦੀ ਜਿਹੜੀ ਤ੍ਰਿਸ਼ਨਾ ਲਾਟ ਜਿਹੜੀ ਹੈ, ਤ੍ਰਿਸ਼ਨਾ ਰੂਪੀ ਅਗਨ ਲਾਟ ਜਿਹੜੀ ਉਹ ਬੁਝ ਗਈ। ਤ੍ਰਿਸ਼ਨਾ ਬੁਝੇ ਹਰ ਕੇ ਨਾਮ, ਜਿੰਝ ਵੀ ਕਹਿ ਸਕਦੇ ਹਾਂ ਜਿਹੜੀ ਮੇਰੀ ਦੌੜ ਲੱਗੀ ਹੋਈ ਸੀ ਬਹੁਤ ਜ਼ਿਆਦਾ ਤੇਜ਼, ਆਹ ਵੀ ਕਰਨਾ, ਉਹ ਵੀ ਕਰਨਾ, ਆਹ ਕਮਾਉਣਾ, ਆਹ ਕਮਾਉਣਾ, ਉਹ ਜਿਹੜੀ ਮੇਰੀ ਦੌੜ ਬਹੁਤ ਲੱਗੀ ਹੋਈ ਸੀ ਜਾਂ ਸਾਡੀ ਲੱਗਦੀ ਹੈ, ਗੁਰੂ ਮਹਾਰਾਜ ਜੀ ਕਹਿੰਦੇ ਉਹ ਇਸ ਤਰ੍ਹਾਂ ਹੋ ਗਈ ਵੀ ਜਿਵੇਂ ਕੋਈ ਲਾਟ ਬੁਝ ਜਾਂਦੀ ਹੈ, ਜਿਵੇਂ ਕੋਈ ਚੀਜ਼ ਅਲੋਪ ਹੋ ਜਾਂਦੀ ਹੈ। ਘਰ ਕੀ ਬਿਲਾਈ ਅਵਰ ਸਿਖਾਈ, ਮੂਸਾ ਦੇਖ ਡਰਾਈ ਰੇ। ਮਹਾਰਾਜ ਜੀ ਬਿਰਤੀ ਦੀ ਗੱਲ ਕਰਦੇ ਨੇ
जिस मनुख ने गुरु का अमृत प्याला पी लिया, बाणी शब्द सुन लिया, कहते संतोखहीनी जिहड़ी बिल्ली है वो सिक्ख्या लैके दुनिया के पदार्थ रूपी जिहड़े चूहे नूं वेख के और रुकदी नहीं, संगदी नहीं, वो अपना हल्ला कर देंदी है। सो गुरु साहब जी के कहने का भाव यह है कि मनुख जिहड़ा है वो बहुत सर्वश्रेष्ठ है, और जिहड़े अंदर साडे काम क्रोध विकार हैं, तो जिवें चूहा जिहड़ा है ना वो कोई चीज़ नूं कट्टदा वढ़दा, अखबार रद्दी जां होर कोई चीज़ां नूं खराब करदा, इसी तरह जिहड़ी है चूहा रूपी बिरती है ये मनुख नूं खराब करदी है। संतोख वाली बिरती जिहड़ी है वो बिल्ली बना के उस नूं भजा दिंदी है। दुनिया के पदार्थ महाराज जी कहते ने ये लालच वाली चीज़ हैं, तो इन्हां नूं देख के मन परेशान होता। पदार्थ का ना आना दुखी करता, आके पदार्थ का चले जाना वो भी दुखी करता। इस करके महाराज जी की बाणी दसदी है भी अज के वसगुर कीनो केहर कुकर तिन्ह लगाई रे। महाराज जी कहते गुरु जिहड़ा है ना, गुरु पातशाह जी की करते हैं भी जिहड़े साडे अंदर जिहड़े इंद्रे ने और रस जिहड़े चाहुंदे ने, अज के वस गुरु कीनो केहर कुकर तिन्ह लगाई रे। महाराज जी कहते हैं जिवें हंकार शेर के रूप दे विच आके निमरता रूपी बकरी नूं डराउंदा जां मारना चाहुंदा है, और तमो गुण वाले इंद्रियां रूपी जिहड़े ने महाराज जी कहंदे वो कुत्तियां नूं सतो गुणी पासे ला दिता। हाँ मूर्ख कारे लाइया एक पासे कर देना, एक पासे लग जाना जां ला देना। सो इसलिए गुरु पातशाह जी, गुरु पंजवें पातशाह जी सानू दस रहे ने, फरमान करते हैं बाज थुनिया छपरा थामे आनी घरे आकर पाया रे। जिस मनुख नूं गुरु ने अपना नाम दे दिता, नाम का प्याला पिया दिता, महाराज जी कहते जिवें एक छप्पर हुंदा उन्होंने थम्मियां दित्तियां हुंदियां ने, उहदा छप्पर जिहड़ा बगैर थम्मियां तो ही चलेगा, खड़ा रहेगा। ये महाराज जी ने सानू दस्सिया है भी तां जो साडा जीवन जिहड़ा है उदासी विच, गिला शिकवे विच ना ये चलिया जावे, इहदे लई सानू गुरु पातशाह जी बहुत प्यारा ते बहुत वड्डा सानू ज्ञान दे रहे ने, भाव बख्शिश कर रहे हैं। सो अगली पंक्ति विच गुरु अर्जन देव महाराज जी का फरमान है बिन जड़िए लै जड़ियो जड़ावा थेवा अचरज लाया रे। कहते जिहड़ा सुनियारा है वह गहणियां नूं कारीगरां दी मदद दे नाल जड़दा है, उहदे विच नग जड़दा है, उहनूं कई तरह का रूप दिंदा है। महाराज जी कहते मन जिहड़ा तेरा एक गहणे की तरह है, तो नाम उहदे विच एक सुंदर नग की तरह है। मन जिहड़ा है, क्योंकि मन जोत स्वरूप है, इस करके मन नूं बड़ा कीमती लिखिया गया ग्रंथां विच, बाणी विच। कहंदे मन गहणे दे विच नाम रूपी सुंदर नग मालक ने जड़ दिता है। इस मन दे विच ही सब कुछ है, ते इस नूं मनुख ने ही उहदे विचों तरीकिਆਂ दे नाल ਉਹਨੂੰ ਕੱਢ ਕੇ ਲਿਆਉਣਾ, ਉਸ ਨੂੰ ਸ਼ਿੰਗਾਰ ਬਣਾਉਣਾ, ਨਾਮ ਬਾਣੀ।
ਦਾਦੀ ਦਾਦ ਨ ਪਹੁੰਚਨ ਹਾਰਾ, ਚੁਪੀ ਨਿਰਨੋ ਪਾਇਆ ਰੇ। ਮਹਾਰਾਜ ਜੀ ਕਹਿੰਦੇ ਹੇ ਭਾਈ, ਉਸ ਮਾਲਕ ਤੋਂ ਵਿਛੜ ਕੇ ਉਹਦੇ ਨਾਲ ਗਿਲੇ ਸ਼ਿਕਵੇ ਕਰਨ ਦੇ ਨਾਲ ਇਨਸਾਫ ਪ੍ਰਾਪਤ ਨਹੀਂ ਹੋ ਸਕਦਾ। ਜਦੋਂ ਤੂੰ ਸ਼ਾਂਤ ਚਿੱਤ ਹੋਏਗਾ, ਸਬਰ ਸੰਤੋਖ ਵਿੱਚ ਆਏਗਾ, ਫਿਰ ਤੈਨੂੰ ਇਨਸਾਫ ਮਿਲਦਾ ਪਿਆ ਜਾਂ ਨਹੀਂ ਮਿਲਦਾ ਪਿਆ ਇਹਦਾ ਵੀ ਗਿਆਨ ਹੋ ਜਾਏਗਾ। ਦਾਦੀ ਦਾਦ ਨਾ ਪਹੁੰਚਣ ਹਾਰਾ, ਚੁੱਪੀ ਨਿਰਨਉ ਪਾਇਆ ਰੇ। ਸ਼ਾਂਤ ਚਿੱਤ ਹੋ ਜਾ, ਚੁੱਪ ਕਰਕੇ ਟਿਕ ਕੇ ਬਹਿ ਜਾ, ਤੈਨੂੰ ਇਨਸਾਫ ਵੀ ਮਿਲੇਗਾ। ਇਨਸਾਫ ਵੀ ਮਿਲੇਗਾ, ਕਿਉਂ ਇਨਸਾਫ ਬਹੁਤ ਵੱਡੀ ਚੀਜ਼ ਹੈ। ਜਿਸ ਨਾਲ ਬੇਇਨਸਾਫੀ ਹੋਵੇ ਉਹਦਾ ਜੀਵਨ ਨਹੀਂ ਰਹਿੰਦਾ। ਜੋ ਮਨੁੱਖ ਬੇਇਨਸਾਫੀ ਕਰਦਾ ਜਾਂ ਜਿਸ ਨਾਲ ਬੇਇਨਸਾਫੀ ਹੁੰਦੀ ਹੈ, ਉਹ ਦੋਨੇ ਹੀ ਪਰੇਸ਼ਾਨ ਹੁੰਦੇ ਨੇ। ਜੋ ਪੰਕਤੀ 'ਚ ਲਿਖਿਆ, ਨਾ ਬੇਇਨਸਾਫੀ ਮੰਨਣੀ ਚਾਹੀਦੀ ਹੈ, ਹੋਣ ਦੇਣੀ ਚਾਹੀਦੀ ਹੈ, ਨਾ ਬੇਇਨਸਾਫੀ ਕਿਸੇ ਦੇ ਕਰਨੀ ਚਾਹੀਦੀ ਹੈ। ਇਨਸਾਫ ਕਰਨਾ ਚਾਹੀਦਾ। ਇਨਸਾਫ ਜਿਹੜਾ ਹੈ, ਗੁਰੂ ਸਾਹਿਬ ਜੀ ਕਹਿੰਦੇ ਨੇ, ਉਹ ਮਾਲਕ ਹੀ ਕਰਦਾ। ਜਿਵੇਂ ਅਸੀਂ ਕਈ ਵਾਰ ਕਹਿ ਦਿੰਦੇ ਹਾਂ ਮੇਰਾ ਇਨਸਾਫ ਤਾਂ ਮੇਰਾ ਮਾਲਕ ਕਰੇਗਾ, ਕਿਉਂਕਿ ਮਾਲਕ 'ਤੇ ਸਾਨੂੰ ਭਰੋਸਾ ਹੈ। ਉਹ ਕਿਸੇ ਦਾ ਹੱਕ ਨਹੀਂ ਰੱਖਦਾ। ਜਿਸ ਦੀ ਫਤਿਹ ਹੈ ਉਸ ਨੂੰ ਫਤਿਹ ਮਿਲ ਜਾਏਗੀ। ਜਿਸ ਦੀ ਫਤਿਹ ਹੈ ਉਸ ਨੂੰ ਫਤਿਹ ਮਿਲ ਜਾਏਗੀ, ਪਰ ਇਹਦੇ ਤੋਂ ਪਹਿਲਾਂ ਫਤਿਹ ਮਨ ਨੂੰ ਕਰਨਾ, ਫਤਿਹ ਵਾਸ਼ਨਾ ਨੂੰ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੂੰ ਫਤਿਹ ਕਰਨਾ। ਅਤੇ ਫਿਰ ਗੁਰੂ ਸਾਹਿਬ ਜੀ ਕਹਿੰਦੇ ਇਹਨਾਂ ਦੇ ਵਿੱਚੋਂ ਨਿਕਲ ਕੇ ਤੇਰੀ ਜ਼ਿੰਦਗੀ ਦਾ ਅਹਿਮ ਪੜਾਵ ਜਿਹੜਾ ਹੈ ਉਹ ਤੈਨੂੰ ਮਿਲ ਜਾਏਗਾ। ਤੈਨੂੰ ਉਹ ਚੀਜ਼ ਦਿਸਣ ਲੱਗ ਜਾਏਗੀ ਜਿਸ ਚੀਜ਼ ਦੇ ਬਾਰੇ ਤੈਨੂੰ ਬਿਲਕੁਲ ਪਤਾ ਨਹੀਂ, ਬਿਲਕੁਲ ਗਿਆਨੀ। ਉਹ ਚੀਜ਼ ਜਿਹੜੀ ਹੈ ਗੁਰੂ ਸਾਹਿਬ ਜੀ ਆਪਣੀ ਬਾਣੀ ਵਿੱਚ ਫਰਮਾਨ ਕਰਦੇ ਨੇ, ਉਹ ਜਿਹੜੀ ਚੀਜ਼ ਤੈਨੂੰ ਗੁਰੂ ਦੇ ਦਰ ਤੋਂ ਮਿਲੇਗੀ। ਇਨਸਾਫ ਕਿੱਦਾਂ ਕਰਨਾ, ਭਲਾ ਕਿੱਦਾਂ ਕਰਨਾ, ਸੰਸਾਰ ਵਿੱਚ ਕਿਵੇਂ ਰਹਿਣਾ, ਕਿਵੇਂ ਵਿਚਰਨਾ, ਇਹ ਗੁਰੂ ਦੀ ਬਾਣੀ ਤੈਨੂੰ ਨਾਲੋਂ ਨਾਲ ਦੱਸੀ ਜਾਏਗੀ। ਇਸ ਕਰਕੇ ਸੰਗਤ ਕਰਦਾ ਰਹੋ। ਗੁਰੂ ਸਾਹਿਬ ਜੀ ਅਗਲੀ ਪੰਕਤੀ ਵਿੱਚ ਫਰਮਾਨ ਕਰਦੇ ਨੇ, ਮਾਲ ਦਲੀਚੇ ਬੈਠੀ ਲੈ ਮ੍ਰਿਤਕ ਨੈਣ ਦਿਖਾਵਲ ਧਾਇਆ ਰੇ। ਗੁਰੂ ਸਾਹਿਬ ਜੀ ਕਹਿੰਦੇ ਨੇ ਜਿਵੇਂ ਕੋਈ ਚੀਜ਼ ਮੱਲ ਕੇ ਬਹਿ ਜਾਂਦਾ ਹੈ ਅਤੇ ਨਿੱਠ ਕੇ ਬਹਿ ਜਾਂਦਾ ਹੈ, ਉੱਥੇ ਹੀ ਬਹਿ ਕੇ ਉੱਠਦਾ ਨਹੀਂ, ਜਾਂ ਇੰਝ ਕਹਿ ਲਿਆ ਵੀ ਮੱਲ ਮਾਰ ਲੈਂਦਾ ਕਿਸੇ ਜਗ੍ਹਾ ਦੀ ਜਦੋਂ ਕੋਈ ਬਹਿ ਜਾਂਦਾ। ਅਤੇ ਗੁਰੂ ਸਾਹਿਬ ਜੀ ਕਹਿੰਦੇ ਜਦੋਂ ਗੁਰੂ ਦੀ ਬਖਸ਼ਿਸ਼ ਹੋਈ, ਗੁਰੂ ਦੀ ਕਥਾ ਕੀਰਤਨ ਹੋਇਆ, ਸੋ ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ ਵੀ ਜਿਹਦੇ ਨਾਲ ਇਸ ਤਰ੍ਹਾਂ ਹੋਇਆ, ਜਿਹੜਾ ਉਸ ਮੱਲ ਦੇ ਉੱਪਰ, ਦਲੀਚੇ ਦੇ ਉੱਪਰ ਬੈਠ ਕੇ ਦੂਸਰੇ ਨੂੰ ਹੁਕਮ ਚਲਾਉਂਦਾ ਸੀ, ਜਾਂ ਇੰਝ ਵੀ ਕਹਿ ਸਕਦੇ ਹਾਂ ਕਿਸੇ ਅਹੁਦੇ 'ਤੇ ਬਹਿ ਕੇ ਜਿਹੜਾ ਕਿਸੇ ਨੂੰ ਪਰੇਸ਼ਾਨ ਕਰਦਾ ਹੈ, ਅਤੇ ਮਹਾਰਾਜ ਜੀ ਕਹਿੰਦੇ ਗੁਰੂ ਸਾਹਿਬ ਉਹਨਾਂ ਦੇ ਸੁਭਾਅ ਨੂੰ ਬਦਲ ਦਿੰਦਾ। ਉਹ ਕਿਸੇ ਦੇ ਉੱਪਰ ਜ਼ਬਰ ਨਹੀਂ ਕਰਦੇ, ਕਿਸੇ ਦੇ ਨਾਲ ਬੇਇਨਸਾਫੀ ਨਹੀਂ ਕਰਦੇ, ਕਿਸੇ 'ਤੇ ਰੋਹਬ ਨਹੀਂ ਪਾਉਂਦੇ, ਔਰ ਸਾਰਿਆਂ ਨੂੰ ਬਰਾਬਰ ਦੇਖਦੇ ਹਨ। ਸੋ ਗੁਰੂ ਸਾਹਿਬ ਜੀ ਕਹਿੰਦੇ ਨੇ ਇਸ ਕਰਕੇ ਗੁਰੂ ਤੋਂ ਇਨਸਾਫ ਮਿਲ ਗਿਆ। ਅਤੇ ਜਿਹੜਾ ਐਵੇਂ ਹੀ ਬੈਠਾ ਹੋਇਆ ਸੀ, ਐਵੇਂ ਹੀ ਗੱਲਾਂ ਬਾਤਾਂ ਹੀ ਕਰਦਾ ਸੀ, ਅੱਖਾਂ ਦੇ ਨਾਲ ਸਿਰਫ ਘੂਰਦਾ ਸੀ, ਮਹਾਰਾਜ ਜੀ ਕਹਿੰਦੇ ਉਹਨਾਂ ਦੀ ਜਿਹੜੀ ਇਹ ਮਾੜੀ ਬਿਰਤੀ ਮਹਾਰਾਜ ਜੀ ਨੇ ਖਤਮ ਕਰਕੇ ਰੱਖ ਦਿੱਤੀ। ਹੁਣ ਉਹਨਾਂ ਨੂੰ ਸਾਰਿਆਂ ਦੇ ਵਿੱਚ ਪ੍ਰਮਾਤਮਾ ਦਿਸਦਾ। ਹੁਣ ਉਹਨਾਂ ਦੀ ਆਤਮਿਕ ਮੌਤ ਨਹੀਂ ਹੁੰਦੀ। ਹੁਣ ਉਹ ਪਰਮੇਸ਼ਰ ਦੇ ਨਾਲ ਜੁੜ ਜਾਂਦੇ ਹਨ, ਜੁੜੇ ਰਹਿੰਦੇ ਹਨ। ਸੋਈ ਅਜਾਨ ਕਹੇ ਮੈਂ ਜਾਨਾ, ਜਾਨਨ ਹਾਰ ਨਾ ਸ਼ਾਨਾ ਰੇ। ਗੁਰੂ ਸਾਹਿਬ ਜੀ ਫਰਮਾਨ ਕਰਦੇ ਹਨ,
जिसने आत्मक भेद नूं समझ लिया वही जानकार है, वो ही जानकार है, वो ही सुगड़ है, वो ही सियाणा है। जिसनों समझ आ गई तो जिहड़ा कहंदा मैं जानदा मैं करदा मेरे करके है, उन्होंने महाराज जी कहते वो अपना सब कुछ जिहड़ा है वो खराब कर लैंदा, गवा लैंदा। जब मेरी मेरी करे तब लग काज एक नहीं सरे। जदों मनुख मैं मेरी करता, महाराज जी कहते एक भी कारज रास नहीं होता, एक भी कारज। बड़ी बारी तुसीं सरवण कीता है भी कोई भी जिहड़ी चीज़ है ना गुप्त चीज़ कीती वो बहुत प्रफुल्लित होती है। किसी भी गल नूं नशर कर दिता जाए, कोई भी चीज़ गल जिहड़ी है उड़ा दी जाए, उसकी बरकत घट जाती है। किसी भी चीज़ नूं शो कर दिता जाए, ਉਹਦਾ दिखावा कर दिता जाए, ਉਹਦੀ ताकत ਜਾਂ ਉਹਦੀ बरकत ਜਿਹੜੀ है ਉਹਦੇ ਵਿੱਚ फर्क ਪੈਂਦਾ। ਉਹ कोई ਭਾਵੇਂ धार्मिक तरीके नाल सोच ले, भावें साइंस के तरीके नाल सोच ले, ये ਜਿਹੜਾ फर्क ਪੈਂਦਾ। सो गुरु साहब जी सानू फरमान कर रहे ने भई सच मुझ सोई अजान कहे मैं जाना, जानन हार ना शाना रे। जे कोई कहता भी मैं जानदा, उन्होंने बाणी में लिखिया मूर्ख। जिहड़ा कोई कहता मैं जानदा नहीं, उन्होंने क्या दस्या ना। बाणी में देखो किवें लिखिया, बाणी में लिखिया पढ़िया मूर्ख आखी है जिस लब लोभ अहंकारा। जिहड़ा कहता मैं पढ़िया होया हाँ, मैनू सारा जानकारी है, मैं जानदा, मैं ज्ञानी हाँ, मैं ध्यानी हाँ, मैं विद्वान हाँ, मैं आ हाँ, मैं वो हाँ, तो महाराज जी उसनूं सियाणा गिणदे नहीं, उन्होंने हंकारी का लेवल ला देंदे ने। जिहड़ा कहता मैं निर्गुणियारे कोगो नाही, आपे तरस पियो ही तरस पिया, मैं रहमत होई सतगुर सज्ज मिलिया, ਉਹਦੇ ते महाराज जी पूरी बख्शिश कर देंदे। जिहड़ा कहता मैं खाली, मेरे पल्ले कुछ नहीं, उन्होंने महाराज जी बहुत ज़्यादियाँ बख्शिशां दत्त ये बख्श के महाराज जी नवाजदे। इस करके गुरु साहब जी सानू दस रहे ने कोई भी चीज़ जिहड़ी है वो गुप्त रूप दे विच होवे, नाम भजन जिहड़ा है ये खजाना जिहड़ा है सारा गुप्त रूप दे विच ही होना चाहिए। जे किसी कोल बहुत धन है वो हमेशा ही घर गुप्त रखते हैं। होर भी चीज़ां ने, भजन बंदगी है, महाराज जी कहते ये भी गुप्त रखनी चाहिए है। किसी दे कोल कोई किसी किस्म की महाराज जी की कृपा के नाल बरकत आ गई, बख्शिश आ गई, उहदियां विचारां गल्लां पूरियां होण लग पईयां ते उसनूं रौला पाउण की जरूरत नहीं। वो चुप करके रहे, किसी नाल बहुता बोले ना, अपने घर ही भावें बैठा रहे, रौला ना पाए। रौले दे विच चीज़ जिहड़ी है मुक जाती है, जिस चीज़ का रौला नहीं पैंदा वो चीज़ बरकत विच रहिंदी है। तुसीं देखो सवेरे सवेरे मंडियां दे विच बड़ा रौला पैंदा भी आह सब्जी इन्ने पैसे दी, इन्ने धड़े दी, तो मिनटां दे विच रौले दे विच उन्हां दी सब्जी जिहड़ी है उन्हां दे कोलों चली जाती, उन्हां नूं पैसे मिल जाते हैं, सब्जी कोई लै जांदा। तो वह सब्जी वालों खाली हो गए, भावें उन्हां दी जेब च पैसे आ गए, वो तो वक्री गल है। पर जदों किसी चीज़ नूं रौला पाया वो चीज़ खत्म हो गई। ध्यान देना, जदों किसी चीज़ का ढंडोरा पिटिया तो उन्होंने फिर लोग जड़े ने लै ही जाते हैं, तो इस करके वो चीज़ रहिंदी नहीं। जे किसी की बंदगी भजन सिमरन है, जे कि कोई महाराज जी दे दीदार करदा है, जे किसी नूं इस तरह नाल बरकत बनी हुई है, उसनूं किसी दे नाल भी ये बख्शिश बरकत सांझी नहीं करनी चाहिए, नहीं तो वो बरकत घट जाती है। और ये बरकत जिहड़ी है
ਫਿਰ ਮਨੁੱਖ ਨੂੰ ਬਹੁਤ ਦੂਰ ਇਸ ਜਨਮ ਤੋਂ ਦੂਰ ਜਿਹੜੀ ਹੈ ਉਹ ਕਰਕੇ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਪ੍ਰਵਾਨ ਕਰ ਦਿੰਦੀ ਹੈ। ਸੋ ਇਸ ਕਰਕੇ ਗੁਰੂ ਮਹਾਰਾਜ ਜੀ ਦੀ ਬਾਣੀ ਸਾਨੂੰ ਸਿੱਖਿਆ ਦਿੰਦੀ ਹੈ, ਜੋ ਕੁਝ ਕਰਨਾ ਚੁੱਪ ਕਰਕੇ ਕਰਨਾ ਹੈ, ਗੁਪਤ ਕਰਨਾ ਹੈ, ਬਹੁਤ ਫਲ ਮਿਲੇਗਾ, ਬਹੁਤ ਜ਼ਿਆਦਾ ਪਰਮਾਤਮਾ ਦੀ ਬਖਸ਼ਿਸ਼ ਜਾਂ ਖੁਸ਼ੀ ਮਿਲੇਗੀ। ਸੋਈ ਅਜਾਨ ਕਹੇ ਮੈਂ ਜਾਨਾ, ਜਾਣਨ ਹਾਰਨਾ ਛਾਨਾ ਰੇ। ਸੋ ਮਹਾਰਾਜ ਜੀ ਕਹਿੰਦੇ ਉਹ ਕਾਹਦਾ ਜਾਣਕਾਰ ਜਿਹੜਾ ਕਹਿੰਦਾ ਮੈਂ ਜਾਣਦਾ ਮੈਂ ਜਾਣਦਾ ਮੈਂ ਜਾਣਦਾ, ਨਾ ਆਪਣੇ ਆਪ ਨੂੰ ਜਾਣ ਪਾਇਆ, ਨਾ ਪਰਮੇਸ਼ਰ ਨੂੰ ਜਾਣ ਪਾਇਆ, ਅਤੇ ਉਹ ਜਾਣਦਾ ਕਿਹਨੂੰ ਹੈ? ਹਾਂ, ਦੂਜੇ ਨੂੰ ਜ਼ਰੂਰ ਜਾਣਦਾ। ਮਨੁੱਖ ਦੂਸਰੇ ਨੂੰ ਜ਼ਰੂਰ ਕਹਿ ਦਿੰਦਾ ਮੈਂ ਤੈਨੂੰ ਜਾਣਦਾ, ਪਰ ਆਪਣੇ ਆਪ ਨੂੰ ਨਹੀਂ ਜਾਣਦਾ। ਬਾਣੀ ਵਿੱਚ ਲਿਖਿਆ ਇਹਨੇ ਆਪਣੇ ਆਪ ਨੂੰ ਅਜੇ ਜਾਣਿਆ ਹੀ ਨਹੀਂ ਹੈ, ਨਹੀਂ ਜਾਣਿਆ। ਮਹਾਰਾਜ ਜੀ ਦੀ ਬਾਣੀ ਵਿੱਚ ਲਿਖਿਆ ਮਨ ਮਾਨਿਆ ਤੋ ਹਰ ਜਾਣਿਆ। ਇਸ ਨੇ ਆਪਣੇ ਅੰਦਰ ਜਿਹੜੀ ਜੋਤ ਸੀ ਉਸ ਨੂੰ ਹੀ ਜਾਣਿਆ ਨਹੀਂ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਮਨ ਨੂੰ ਵਿਕਾਰੀ ਕਰਕੇ ਜਾਣਿਆ, ਮਨ ਨੂੰ ਕ੍ਰੋਧੀ ਕਰਕੇ ਜਾਣਿਆ, ਮਨ ਨੂੰ ਹੰਕਾਰੀ ਕਰਕੇ ਜਾਣਿਆ, ਮਨ ਨੂੰ ਲੋਭੀ ਮੋਹੀ ਕਰਕੇ ਜਾਣਿਆ, ਮਨ ਨੂੰ ਪਰਉਪਕਾਰੀ ਕਰਕੇ ਤੇ ਬਹੁਤ ਘੱਟ ਜਾਣਿਆ। ਮਨ ਨੂੰ ਬੰਦਗੀ ਵਾਲਾ, ਮਨ ਨੂੰ ਰੱਬ ਦਾ ਜਾਣ ਕੇ ਤੇ ਬਹੁਤ ਘੱਟ ਜਾਣੇ। ਇਸ ਲਈ ਗੁਰੂ ਮਹਾਰਾਜ ਜੀ ਫਰਮਾਨ ਕਰ ਰਹੇ ਨੇ ਵੀ ਅਣਜਾਣ ਹੀ ਬਣ ਕੇ ਰਹਿ। ਅਣਜਾਣ ਦਾ ਮਤਲਬ ਇਹ ਨਹੀਂ ਵੀ ਦੁਨੀਆ ਦਾ ਗਿਆਨ ਰੱਖ, ਦੁਨੀਆ ਦਾ ਗਿਆਨ ਰੱਖ ਪਰ ਦੁਨੀਆ ਤੋਂ ਨਿਰਲੇਪ ਰਹਿ। ਕਿਸੇ ਦੇ ਨਾਲ ਕੋਈ ਕਹਿਣ ਦੀ ਜ਼ਰੂਰਤ ਨਹੀਂ, ਕਿਸੇ ਨੂੰ ਬਹੁਤੀ ਸਲਾਹ ਦੇਣ ਦੀ ਜ਼ਰੂਰਤ ਨਹੀਂ, ਅਤੇ ਕਿਸੇ ਦੇ ਕੋਲ ਬਹੁਤਾ ਬਹਿਣ ਦੀ ਜ਼ਰੂਰਤ ਨਹੀਂ। ਮਹਾਰਾਜ ਜੀ ਕਹਿੰਦੇ ਤੂੰ ਚੁੱਪ ਕਰਕੇ ਆਪਣੇ ਆਨੰਦ ਵਿੱਚ ਜਿਉਂਦਾ ਰਹਿ, ਅਤੇ ਕਦੇ ਵੀ ਆਪਣਾ ਪ੍ਰਦਰਸ਼ਨ ਨਾ ਕਰ। ਮੇਰੇ ਕੋਲ ਆਹ ਹੈ ਉਹ ਹੈ। ਬਹੁਤੀ ਜਿਹੜੀ ਹੈ ਕਿਸੇ ਵੀ ਚੀਜ਼ ਦਾ ਬਹੁਤਾ ਦਿਖਾਵਾ ਨਾ ਕਰ, ਇਹ ਵੀ ਚੰਗੀ ਗੱਲ ਨਹੀਂ ਹੈ। ਨਾ ਪੈਸੇ ਦਾ, ਨਾ ਪਹਿਰਾਵੇ ਦਾ, ਨਾ ਕਿਸੇ ਹੋਰ ਚੀਜ਼ ਦਾ, ਨਾ ਸੁਹੱਪਣ ਦਾ, ਕਿਸੇ ਚੀਜ਼ ਦਾ ਵੀ। ਬਾਣੀ ਦੇ ਵਿੱਚ ਲਿਖਿਆ ਇਹਦਾ ਦਿਖਾਵਾ ਕਰਨਾ ਚੰਗਾ ਨਹੀਂ ਹੁੰਦਾ। ਚਾਹੇ ਪੈਸਾ ਹੈ, ਚਾਹੇ ਪਦਾਰਥ ਹਨ, ਚਾਹੇ ਮਨੁੱਖ ਦਾ ਸਰੀਰ ਹੈ, ਚਾਹੇ ਕੋਈ ਵੀ ਚੀਜ਼ ਹੈ, ਉਹਦਾ ਬਹੁਤਾ ਪ੍ਰਦਰਸ਼ਨ ਕਰਨਾ ਜਾਂ ਮੈਂ ਅਮੀਰ ਹਾਂ ਉਹਨੂੰ ਦਿਖਾਉਣ ਦੇ ਲਈ ਐਵੇਂ ਹੀ ਕੋਈ ਫਾਲਤੂ ਚੀਜ਼ਾਂ ਖਰੀਦ ਕੇ ਅਤੇ ਉਹਨਾਂ ਨੂੰ ਦਿਖਾਈ ਜਾਣੀਆਂ ਵੀ ਮੈਂ ਤਾਂ ਬ੍ਰੈਂਡਡ ਕੱਪੜੇ ਪਾਉਣਾ ਜਿਹੜੇ ਬੜੇ ਕਹਿੰਦੇ ਮਹਿੰਗੇ ਹੁੰਦੇ ਨੇ, ਅਤੇ ਘਰ ਭਾਵੇਂ ਖਰਚੇ ਤੋਂ ਤੰਗ ਹੋਵੇ ਅਤੇ ਉਹ ਚੀਜ਼ਾਂ ਜਿਹੜੀਆਂ ਕੰਪਨੀ ਦੀਆਂ, ਜੀ ਮੇਰੇ ਬੂਟ ਕੰਪਨੀ ਦੇ, ਮੇਰੀ ਸ਼ਰਟ ਕੰਪਨੀ ਦੀ ਬਹੁਤ ਮਹਿੰਗੀ ਹੈ, ਅਤੇ ਜੇ ਉਹੀ ਚੀਜ਼ ਜਿਹੜੀ ਹੈ ਬੜੀ ਸਾਦਗੀ ਦੇ ਨਾਲ ਸਿੰਪਲ ਲੈ ਲਈ ਜਾਵੇ ਤਾਂ ਉਹਦੇ ਨਾਲ ਕਿਸੇ ਦਾ ਕੀ ਘਟਦਾ। ਨਾਲੇ ਉਸ ਨੂੰ ਰੱਬ ਪਸੰਦ ਕਰਦਾ, ਨਾਲੇ ਆਰਥਿਕ ਹਾਲਤ ਖਰਾਬ ਨਹੀਂ ਹੁੰਦੀ, ਔਰ ਮਨੁੱਖ ਪੈਸੇ ਪੱਖੋਂ ਔਖਾ ਨਹੀਂ ਹੁੰਦਾ। ਇਹ ਸਾਰੀਆਂ ਚੀਜ਼ਾਂ ਸਾਨੂੰ ਗੁਰਬਾਣੀ ਸਿਖਾਉਂਦੀ ਹੈ ਵੀ ਮਤਲਬ ਵੀ ਚੀਜ਼ਾਂ ਜਿਹੜੀਆਂ ਨੇ ਉਹ ਭਜਨ ਬੰਦਗੀ ਖਾਸ ਕਰਕੇ ਦੱਸਿਆ ਵੀ ਇਹਨੂੰ ਬਹੁਤੀ ਪ੍ਰਦਰਸ਼ਨ ਨਹੀਂ ਕਰਨਾ, ਬਹੁਤਾ ਦੱਸਣਾ ਨਹੀਂ। ਆਮ ਕਰਕੇ ਅਸੀਂ ਕਹਿ ਦਿੰਦੇ ਹਾਂ ਮੈਂ ਤਾਂ ਅੱਜ 2 ਵਜੇ ਜਾਗ ਆ ਗਈ, ਮੈਂ ਉੱਠ ਪਿਆ, ਫਿਰ ਮੈਂ ਕੁਝ ਨਹੀਂ ਕੀਤਾ, ਫਿਰ ਮੈਂ ਬਹਿ ਗਿਆ, ਫਿਰ ਮੈਂ ਪਾਠ ਕੀਤਾ। ਉਸ ਪਾਠ ਨੂੰ ਕੀ ਕਰਨਾ ਜਿਹਦੇ ਬਾਰੇ ਰੌਲਾ ਹੀ ਪਾ ਦਿੱਤਾ, ਉਹਦੀ ਤਾਂ ਬਰਕਤ ਚਲੀ ਗਈ। ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਮੈਂ ਉੱਠ ਕੇ ਕੀ ਕਰਦਾ, ਮੈਂ ਕੀ ਜਪਦਾ, ਮੈਂ ਕਿੰਨਾ ਚਿਰ ਬਹਿਨਾ, ਕਿਹਦੇ ਨਾਲ ਗੱਲਾਂ ਕਰਦਾ। ਲੋਕ ਜਿਹੜੇ ਨੇ ਮਖੌਲ ਕਰਨਗੇ, ਹੱਸਣਗੇ। ਇਸ ਕਰਕੇ ਲੋਗਨ ਰਾਮ ਖਿਲਾਉਣਾ ਜਾਣਾ। ਕਈਆਂ ਲੋਕਾਂ ਨੇ ਰੱਬ ਨੂੰ ਤਾਂ ਖਿਲਾਉਣਾ ਸਮਝਿਆ ਹੋਇਆ, ਲੋਕ ਰੱਬ ਦੇ ਪਿਆਰਿਆਂ ਨੂੰ ਮਖੌਲ ਕਰਦੇ ਨੇ। ਇਸ ਕਰਕੇ ਇਹਨਾਂ ਦੁਨੀਆ ਦੇ ਨਾਲ ਜਦੋਂ ਉਹਨਾਂ ਨੂੰ ਜ਼ਰੂਰਤ ਪਏਗੀ, ਉਹਨਾਂ ਨੂੰ ਉਸ ਚੀਜ਼ ਦੀ ਕਦਰ ਹੋਏਗੀ। ਜਿਸ ਨੂੰ ਜ਼ਰੂਰਤ ਨਹੀਂ ਪੈਂਦੀ ਕਿਸੇ ਚੀਜ਼ ਦੀ, ਉਹਨੂੰ ਕਦਰ ਨਹੀਂ। ਅਸੀਂ ਦੁਕਾਨਾਂ 'ਤੇ ਜਾਂਦੇ ਹਾਂ, ਦੁਕਾਨਦਾਰ ਕਹਿੰਦਾ ਭਾਜੀ, ਭਰਾ ਜੀ, ਭੈਣ ਜੀ ਆਹ ਲੈ ਲਓ। ਅਸੀਂ ਕਹਿੰਦੇ ਸਾਨੂੰ ਜ਼ਰੂਰਤ ਨਹੀਂ, ਅਸੀਂ ਕਾਹਤੋਂ ਲਈਏ। ਜਦੋਂ ਜ਼ਰੂਰਤ ਹੁੰਦੀ ਹੈ ਫਿਰ 10 ਦੁਕਾਨਾਂ 'ਤੇ ਘੁੰਮਦੇ ਹਾਂ ਵੀ ਆਹ ਚੀਜ਼ ਆਈ ਨਹੀਂ। ਜਦੋਂ ਜ਼ਰੂਰਤ ਪੈਂਦੀ ਹੈ ਤਾਂ ਉਸ ਚੀਜ਼ ਦੀ ਕਦਰ ਹੁੰਦੀ ਹੈ, ਜਦੋਂ ਜ਼ਰੂਰਤ ਨਹੀਂ ਪੈਂਦੀ ਬੇਕਦਰੀ ਹੁੰਦੀ ਹੈ। ਹੁਣ ਜੇ ਕੋਈ ਨਾਮ ਨੂੰ ਸੁਣਨਾ ਨਹੀਂ ਚਾਹੁੰਦਾ, ਕਥਾ ਕੀਰਤਨ ਨੂੰ ਸੁਣਨਾ ਨਹੀਂ ਚਾਹੁੰਦਾ, ਬੇਕਦਰਾ ਹੈ, ਅਤੇ ਉਸ ਨੂੰ ਅਸੀਂ ਕਹੀਏ ਵੀ ਤੂੰ ਸੁਣ 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 ਸੁਣ, ਉਹ ਸਾਨੂੰ ਸਗਾ 'ਤੇ ਮਖੌਲ ਕਰੇਗਾ। ਜਾ ਤੂੰ ਆਪਣਾ ਕੰਮ ਕਰ, ਤੂੰ ਕਰਿਆ ਕਰ, ਤੂੰ ਉੱਠਿਆ ਕਰ, ਤੂੰ ਨਹਾਇਆ ਕਰ, ਤੂੰ ਜਪਿਆ ਕਰ, ਤੈਨੂੰ ਜ਼ਰੂਰਤ ਹੈ। ਅਸੀਂ ਤਾਂ ਉੱਦਾਂ ਹੀ ਬੜੇ ਸਾਫ ਸੁਥਰੇ ਹਾਂ, ਤੁਸੀਂ ਪਾਪੀ ਹੋ, ਤੁਹਾਨੂੰ ਪਾਪ ਧੋਣ ਦੀ ਜ਼ਰੂਰਤ ਹੈ, ਇੱਦਾਂ ਵੀ ਕਹਿ ਦਿੰਦਾ।
ਮਨਮੁਖ। ਇਸ ਕਰਕੇ ਮੂਰਖੇ ਨਾਲ ਨਾਲ ਲੁੱਝੀ ਹੈ। ਗੁਰੂ ਸਾਹਿਬ ਜੀ ਕਹਿੰਦੇ ਜਿਹੜੀ ਤੇਰੇ ਕੋਲ ਬਰਕਤ ਹੈ ਨੀਵਾਂ ਹੋ ਕੇ ਚੱਲ, ਸੰਸਾਰ ਦੇ ਵਿੱਚ ਹੰਕਾਰੀ ਹੋ ਕੇ ਨਹੀਂ ਚੱਲਣਾ। ਜੋ ਚੀਜ਼ ਦਿੱਤੀ ਹੈ ਉਸ ਨੂੰ ਉਹਦੀ ਦਾਤ ਸਮਝ, ਉਹਦੀ ਕਿਰਪਾ ਸਮਝ। ਵੀ ਨਾਨਕ ਨੀਵਾਂ ਜੋ ਚਲੇ ਲੱਗੇ ਨਾ ਤੱਤੀ ਵਾਹ। ਜਿਹੜਾ ਨੀਵਾਂ ਹੋ ਕੇ ਚੱਲਦਾ ਉਹਨੂੰ ਤੱਤੀ ਵਾਹ ਨਹੀਂ ਲੱਗਦੀ। ਮੈਂ ਹਮੇਸ਼ਾ ਬੇਨਤੀ ਕਰਦਾ ਹੁੰਦਾ ਕਥਾ ਕੀਰਤਨ 'ਚ ਆਪਣਾ ਪਿਛੋਕੜ ਸਾਨੂੰ ਯਾਦ ਰੱਖਣਾ ਚਾਹੀਦਾ, ਆਪਣੇ ਮੂਲ ਨਾਲ ਜੁੜੇ ਰਹਿਣਾ ਚਾਹੀਦਾ। ਉਹ ਦਿਨ ਯਾਦ ਰੱਖਣੇ ਚਾਹੀਦੇ ਨੇ ਜਿਹੜਾ ਦਿਨਾਂ ਦੇ ਵਿੱਚ ਅਸੀਂ ਬੜੇ ਔਖੇ ਸਾਂ, ਜਦੋਂ ਰੁਪਈਆ ਪੈਸਾ ਲੱਭਦਾ ਨਹੀਂ ਸੀ ਹੁੰਦਾ। ਜੇ ਕੋਈ ਸਬਜ਼ੀ ਲਿਆਣੀ ਤਾਂ ਉਹ ਵੀ ਭੜੋਲੇ ਵਿੱਚੋਂ ਦਾਣੇ ਕੱਢਣੇ ਅਤੇ ਉਹਦੇ ਵੱਟੇ ਦਾਣੇ ਦੇ ਦੇਣੇ ਅਤੇ ਕਹਿਣਾ ਵੀ ਇਹ ਚੀਜ਼ ਜਿਹੜੀ ਹੈ ਜਿਨ੍ਹਾਂ ਨੇ ਦੇਖੀ ਹੈ ਉਹਨਾਂ ਨੂੰ ਪਤਾ ਅਸੀਂ ਦੇਖੀ ਹੈ ਕਿ ਦਾਣੇ ਹੱਟੀ ਦੇ ਦੇਣੇ, ਕਹਿਣਾ ਸਬਜ਼ੀ ਦੇ। ਹੋਰ ਪਿੱਛੇ ਚਲੇ ਜਾਈਏ 100-200 ਸਾਲ ਤੇ ਪੈਸੇ ਨਹੀਂ ਸੀ ਚੱਲਦੇ, ਆਹ ਚੀਜ਼ਾਂ ਵੱਟੇ ਮਿਲਦੇ ਸੀ, ਮਤਲਬ ਇਹਦੇ ਵੱਟੇ ਮੈਨੂੰ ਆਹ ਦੇ ਦੇ। ਅਤੇ ਜੇ ਹੁਣ 4 ਛਿੱਲੜ ਆ ਗਏ ਨੇ ਗੁਸਤਾਖੀ ਮਾਫ, ਅਤੇ ਉਹਦਾ ਪ੍ਰਦਰਸ਼ਨ ਕਰਨਾ ਜੋ ਬਾਣੀ ਵਿੱਚ ਲਿਖਿਆ ਇਹ ਸਿਆਣਪ ਨਹੀਂ ਹੁੰਦੀ। ਚੁੱਪ ਕਰਕੇ ਆਪਣੇ ਘਰ ਬਹਿ ਕੇ ਸਬਰ ਸੰਤੋਖ ਨਾਲ ਉਹਨੂੰ ਚੀਜ਼ ਨੂੰ ਵਰਤ ਖਾ, ਦਿਖਾਵਾ ਨਾ ਕਰ। ਨਹੀਂ ਤਾਂ ਜ਼ਮਾਨਾ ਦੇ ਅੱਗੇ ਬੜਾ ਖਰਾਬ ਹੈ, ਲੁੱਟਣ ਵਾਲੇ ਤਾਂ ਪਹਿਲਾਂ ਹੀ ਬੜੇ ਲੁਟੇਰੇ ਬੈਠੇ ਨੇ। ਇਸ ਕਰਕੇ ਸਾਦਗੀ ਦੇ ਵਿੱਚ, ਨਿਮਰਤਾ ਦੇ ਵਿੱਚ ਔਰ ਸਬਰ ਸ਼ੁਕਰ ਦੇ ਵਿੱਚ ਰਹਿ ਕੇ ਜੀਵਨ ਬਤੀਤ ਕਰਨਾ ਬਹੁਤ ਸਿਆਣੀ ਗੱਲ ਹੈ। ਪ੍ਰਦਰਸ਼ਨ ਨਹੀਂ ਕਰਨਾ, ਦਿਖਾਵਾ ਨਹੀਂ ਕਰਨਾ, ਜੋ ਘਰ ਪਿਆ ਹੋਇਆ ਉਹਦੇ ਨਾਲ ਗੁਜ਼ਾਰਾ ਕਰਨਾ। ਮੈਂ ਵੀ ਅਤੇ ਤੁਸੀਂ ਵੀ। ਜੇ ਜ਼ਿਆਦਾ ਰਿਜ਼ਕ ਆ ਗਿਆ ਤਾਂ ਜ਼ਿਆਦਾ ਖਾ ਲਓ, ਜੇ ਥੋੜ੍ਹਾ ਤਾਂ ਥੋੜ੍ਹੇ 'ਚ ਗੁਜ਼ਾਰਾ ਕਰ ਲਓ। ਜੇ ਨਹੀਂ ਮਹਿੰਗੇ ਕੱਪੜੇ ਖਰੀਦਣ ਦੀ ਔਕਾਤ ਅਤੇ ਆਪਣੇ ਸੱਜੇ ਖੱਬੇ ਵਾਲਿਆਂ ਨੂੰ ਦੇਖ ਕੇ ਆਪਣੇ ਘਰ ਦੀ ਬਰਬਾਦੀ ਕਰਨੀ ਮੂਰਖਤਾ। ਜੋ ਪਏ ਹੋਏ ਨੇ ਟਰੰਕ ਭਰੇ ਹੋਏ ਨੇ ਉਹਦੇ ਨਾਲ ਗੁਜ਼ਾਰਾ ਕਰ ਲਓ, ਠੀਕ ਹੈ ਜੀ। ਜੋ ਜਾਲੀ ਵਿੱਚ, ਜੋ ਫਰਿੱਜ ਵਿੱਚ ਪਿਆ ਖਾਣ ਨੂੰ ਜੋ ਦਾਣੇ ਪਏ ਨੇ ਰੁੱਖੀ ਸੁੱਕੀ ਖਾ ਕੇ ਠੰਡਾ ਪਾਣੀ ਪੀਓ, ਉਹਦੇ ਨਾਲ ਸਾਨੂੰ ਗੁਜ਼ਾਰਾ ਕਰ ਲੈਣਾ ਚਾਹੀਦਾ। ਦੂਜੇ ਦੇ ਘਰ ਨੂੰ ਵੇਖ ਕੇ ਆਪਣੇ ਘਰ ਨੂੰ ਖਰਾਬ ਨਹੀਂ ਕਰਨਾ ਚਾਹੀਦਾ। ਇਹ ਬਾਣੀ ਕਹਿੰਦੀ ਹੈ ਇਹ ਸਿਆਣਪ ਨਹੀਂ ਹੈ। ਸੋ ਤੂੰ ਆਪਣੇ ਆਪ ਨੂੰ ਅਣਜਾਣ ਸਮਝਣਾ ਹੈ ਅਤੇ ਕਿਸੇ ਚੀਜ਼ ਦਾ ਪ੍ਰਦਰਸ਼ਨ ਨਹੀਂ ਕਰਨਾ। ਇਹ ਸਾਨੂੰ ਇਹ ਪੰਕਤੀ ਵਿੱਚ ਦੱਸਿਆ। ਤੂੰ ਕਿਸੇ ਚੀਜ਼ ਦੇ ਬਾਰੇ ਬਹੁਤਾ ਨਹੀਂ ਕਿਸੇ ਨੂੰ ਰੌਲਾ ਪਾ ਕੇ ਦੱਸਣਾ। ਰੌਲਾ ਪਾ ਕੇ ਨਹੀਂ ਦੱਸੀਦਾ ਹੁੰਦਾ, ਚੁੱਪ ਚਪੀਤੇ ਰਹੀਦਾ। ਆਖਰੀ ਪੰਕਤੀ, ਕਹੋ ਨਾਨਕ ਗੁਰ ਅਮਿਓ ਪਿਆਇਆ ਰਸਕ ਰਸਕ ਬਿਗਸਾਨਾ ਰੇ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਫਰਮਾਨ ਕਰਦੇ ਨੇ, ਮੇਰੇ ਗੁਰੂ ਨੇ ਮੈਨੂੰ ਉਹ ਜਲ ਪਿਆਇਆ, ਮੈਨੂੰ ਉਹ ਰਸ ਪਿਆਇਆ। ਕਹੋ ਨਾਨਕ ਗੁਰ ਅਮਿਓ ਪਿਆਇਆ, ਮੈਨੂੰ ਇੰਨਾ ਸਵਾਦ, ਇੰਨਾ ਮਿੱਠਾ ਰਸ ਪਿਆ ਦਿੱਤਾ ਜਿਹਦਾ ਸਵਾਦ ਮੇਰੇ ਮੂੰਹ ਦੇ ਵਿੱਚੋਂ, ਮੇਰੇ ਮਨ ਦੇ ਵਿੱਚੋਂ ਜਾਂਦਾ ਹੀ ਨਹੀਂ। ਕੋਈ ਚੀਜ਼ ਖਾਓ, ਕਈ ਚੀਜ਼ਾਂ ਦਾ ਸਵਾਦ ਮੂੰਹ ਦੇ ਵਿੱਚ ਕਿੰਨਾ ਚਿਰ ਰਹਿੰਦਾ। ਕਈ ਅਸੀਂ ਅਤਰ ਪਰਫਿਊਮ ਲਾਉਂਦੇ ਹਾਂ, ਉਹਨਾਂ ਦੀ ਸੁਗੰਧੀ ਕਈ ਦਿਨਾਂ ਤੱਕ ਰਹਿੰਦੀ ਹੈ। ਤੁਸੀਂ ਆਪਣੇ ਪੇਟੀਆਂ ਦੇ ਵਿੱਚ ਕੱਪੜੇ ਰੱਖੇ ਹੋਣਗੇ ਅਲਮਾਰੀਆਂ ਦੇ ਵਿੱਚ, ਉਹਨਾਂ ਦੇ ਵਿੱਚੋਂ ਸਮੈਲ ਆਉਂਦੀ ਹੈ। ਕਈ ਦਿਨ ਉਹਦੇ 'ਤੇ ਜਿਹੜੀ ਅਸੀਂ ਕੋਈ ਚੀਜ਼ ਛਿੜਕਾਈ ਹੁੰਦੀ, ਕਈ ਦਿਨ ਉਹਦੀ ਸਮੈਲ ਰਹਿੰਦੀ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਮੇਰੇ ਗੁਰੂ ਨੇ ਮੈਨੂੰ ਇੱਦਾਂ ਦਾ ਰਸ ਪਿਆਇਆ ਹੈ, ਉਹ ਰਸ ਦਾ ਅਸਰ ਬਹੁਤ ਚਿਰਾਂ ਤੋਂ ਉਸੇ ਤਰ੍ਹਾਂ ਹੀ ਹੈ। ਮੈਂ ਬਹੁਤ ਖਿੜਿਆ ਰਹਿੰਦਾ ਹਾਂ, ਬਿਗਸਾਨਾ, ਬਿਗਸਿਆ, ਖਿੜਿਆ, ਖੁਸ਼। ਮੈਨੂੰ ਇੱਦਾਂ ਦਾ ਰਸ ਮੇਰੇ ਗੁਰੂ ਨੇ ਪਿਲਾ ਦਿੱਤਾ, ਮੈਂ ਖਿੜਿਆ ਰਹਿੰਦਾ, ਮੈਂ ਖੁਸ਼ ਰਹਿੰਦਾ ਅਤੇ ਮੇਰੇ 'ਤੇ ਉਹਦੀ ਮਿਹਰ ਹੈ। ਸੋ ਇਹ ਸੀ ਸਤ ਸੰਗਤ ਜੀ ਅੱਜ ਦੇ ਲੜੀਵਾਰ ਸ਼ਬਦ ਦੀ ਵਿਚਾਰ। ਗੁਰੂ ਸਾਹਿਬ ਮਿਹਰ ਕਰਨ, ਇਸ ਦਾ ਭਾਵ ਅਰਥ ਸਾਡੇ ਹਿਰਦੇ ਦੇ ਵਿੱਚ ਵਸੇ। ਗੁਰੂ ਸਾਹਿਬ ਮਹਾਰਾਜ ਸਭ ਦਾ ਭਲਾ ਕਰਨਾ, ਸਭ ਨੂੰ ਖੁਸ਼ੀਆਂ, ਸਭ ਦੇ ਬੱਚਿਆਂ ਨੂੰ ਦੇਸ਼ ਪ੍ਰਦੇਸ਼ ਕਾਮਯਾਬੀਆਂ ਬਖਸ਼ਣੀਆਂ, ਵਿੱਦਿਆ ਬਖਸ਼ਣੀਆਂ, ਆਪਣੀ ਸੇਵਾ ਸੰਭਾਲ ਬਖਸ਼ਿਸ਼ ਕਰਨੀ, ਭੁੱਲ ਚੁੱਕ ਮਾਫ ਕਰੋ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।